ओके ओके स्क्रीन तुहानूं शो हो रही है जी। गल आपां अज मेन जिहड़ी अपनी हो रही है इंट्रो ते गल करांगे, एक कनक्लूजन ते एक अपने बॉडी पैराग्राफ जिहड़े टास्क 2 दे विच हुंदे आ जी। सब तो पहला इंट्रो तो स्टार्टिंग करते हैं। इंट्रो तिन्ना चीज़ों तो रल के अपनी बनी हुंदी है जी। नंबर 1 हुक, हुक का मतलब जिहड़ी जनरल लाइन सोचते हैं स्टूडेंट। दूसरे नंबर ते किहड़ी लाइन हुंदी है, स्टेटमेंट नूं पैराफ्रेज करना। तीसरे नंबर ते एक थीसिस स्टेटमेंट लिखनी। थीसिस स्टेटमेंट का मतलब की है जी, ज्यादा फॉर्मल ना हो के मैं सिंपल कहां तां डायरैक्शन देनी, उन्होंने दसना कि मैं अपने ऐसे दे विच की लिखण जा रहा। एग्जामिनर नूं ये पहला ही दस देना कि मेरे ऐसे दे विच उन्हां नूं मिलूगा की। ते मेन चीज़ां की हुंदियां जी, इंट्रो जिहड़ी हुंदी आ 100 दे विचों 90% स्टूडेंट दी इंट्रो जिहड़ी वो वीक हुंदी है जी, काफी ज्यादा। इंट्रो रल के जो बनती हुंदी है वो बनती हुंदी पार्ट्स तो। आ 3 पार्ट्स हुंदे आ ते ये तिन्ने पार्ट अपनी अपनी जगह ते हर एक स्टूडेंट दे वीक हुंदे आ। पहली गल जनरल लाइन, ये मैमोराइज्ड हुंदी है बच्चे दी। जनरल लाइन ये मैमोराइज्ड हुंदी है, ਇਹਦਾ मतलब पहली लाइन इंट्रो दी ਜਿਹੜੀ ਉਹ ਵੀਕ ਗਈ ਜੀ। एजुकेशन ਤੇ ਆ ਤਾਂ ਤੁਹਾਨੂੰ ਪਤਾ ਸਾਰਿਆਂ ਨੂੰ, ਤੁਹਾਡੇ ਮਾਈਂਡ ਚੈੱਕ ਲਾਈਨ ਹੀ ਸਟ੍ਰਾਈਕ ਹੋਈ ਹੋਣੀ ਸਾਰਿਆਂ ਦੇ। ਐਜੂਕੇਸ਼ਨ ਪਲੇਜ਼ ਅ ਵਾਈਟਲ ਰੋਲ। ਤੇ ਜੇ ਮੈਂ ਗੱਲ ਕਰੋ ਕੋਈ ਵੀ ਚੀਜ਼ ਚੱਕ ਲਓ ਤੁਸੀਂ, ਜੇ ਮੈਂ ਗੱਲ ਕਰਾਂ ਹੁਣ ਪੈਰਾਫਰੇਜ਼ਿੰਗ ਦੀ, ਪੈਰਾਫਰੇਜ਼ਿੰਗ ਵੀ ਇੱਕ ਬੱਚਾ ਸਭ ਤੋਂ ਜ਼ਿਆਦਾ ਵੀਕ ਪੈਰਾਫਰੇਜ਼ ਕਰਦਾ ਆਪਦੇ ਉਹਨੂੰ ਸਟੇਟਮੈਂਟ ਨੂੰ। ਇਹ ਮੈਂ ਤੁਹਾਨੂੰ ਦੱਸੂਗਾ ਸਾਰੀ, ਜੇ ਆਪਾਂ ਇੱਥੇ ਚਰਚਾ ਕਰਨੀ ਹੈ ਪੈਰਾਫਰੇਜ਼, ਵੀਕ ਪੈਰਾਫਰੇਜ਼ਿੰਗ ਤੇ ਸਟਰੋਂਗ ਪੈਰਾਫਰੇਜ਼ਿੰਗ ਕਿਵੇਂ ਹੋਊਗੀ ਉਹ ਵੀ ਆਪਾਂ ਦੇਖਾਂਗੇ। तीसरे नंबर ਤੇ ਜੀ ਥੀਸਿਸ ਸਟੇਟਮੈਂਟ ਅਗੇਨ ਕੀ ਹੁੰਦੀ ਹੈ ਜੀ, ਇਹ ਵੀ ਹੁੰਦੀ ਆ ਮੈਮੋਰਾਈਜ਼ਡ। ਦਿਸ ਐਸੇ ਵਿਲ ਐਕਸਪਲੇਨ ਆ ਵਾਲੀ ਚੀਜ਼ ਜੀ। ਤਾਂ ਇਹ ਤਿੰਨੇ ਚੀਜ਼ਾਂ ਨਾਲ ਤੁਹਾਡੀ ਇੰਟਰੋ ਓਵਰਆਲ ਕੀ ਜਾਵੜੀ, ਵੀਕ ਇੰਟਰੋ ਜਾਵੜੀ। ਸਟਰੋਂਗ ਕਿਵੇਂ ਕਰੀਏ ਜੀ, ਪਹਿਲੇ ਨੰਬਰ ਤੇ ਜੇ ਮੈਂ ਤੁਹਾਨੂੰ ਇਹ ਚੀਜ਼ ਕਹਾਂ ਥੋੜੀ ਅਜੀਬ ਲੱਗੂ ਤੁਹਾਨੂੰ, ਤਾਂ ਕੋਈ ਹੁੱਕ ਨਹੀਂ ਲਿਖੀ ਦੀ ਹੁੰਦੀ ਕਿਸੇ ਵੀ, ਕੋਈ ਵੀ ਪਹਿਲਾਂ ਤੁਹਾਨੂੰ ਆਇਆ ਹੁੰਦੀ ਜਰਨਲ ਲਾਈਨ ਨਾ ਲਿਖੋ, ਡੋਂਟ ਵਰੀ, ਤੁਹਾਡੀ ਜਰਨਲ ਲਾਈਨ ਤੁਹਾਨੂੰ ਬੈਂਡ ਦਿਵਾਉਣ ਚ ਹੈਲਪ ਨਹੀਂ ਕਰਦੀ। ਮੇਨ ਮਾਇਨੇ ਕੀ ਰੱਖਦਾ ਵਾ, what was the statement। ਐਗਜ਼ਾਮੀ ਇੱਕ ਟੌਪਿਕ ਹੈ ਜੀ ਕ੍ਰਾਈਮ, ਕ੍ਰਾਈਮ ਦੇ ਵਿੱਚ ਬਹੁਤ ਫਰਦਰ ਤਰੀਕੇ ਨਾਲ ਟਾਸਕ 2 ਡਿਜ਼ਾਈਨ ਕੀਤਾ ਪਿਆ ਉਹਨਾਂ ਦਾ। ਐਜੂਕੇਸ਼ਨ, ਐਜੂਕੇਸ਼ਨ ਦੇ ਵਿੱਚ ਬਹੁਤ ਤਰੀਕਿਆਂ ਨਾਲ ਉਹਨਾਂ ਦਾ ਡਿਜ਼ਾਈਨ ਕੀਤਾ ਪਿਆ ਟਾਸਕ। ਮੇਨ ਉਹਨਾਂ ਨੂੰ ਪਤਾ ਲੱਗੇ ਕਿ ਸਟੇਟਮੈਂਟ ਕੀ ਪਾਈ ਸੀ ਅਸੀਂ, ਇਹ ਚੀਜ਼ ਦੀ ਪੈਰਾਫਰੇਜ਼ਿੰਗ ਮਸਟ ਹੈ ਜੀ। ਤੇ ਜੇ ਤੁਸੀਂ ਜਨਰਲ ਲਾਈਨ ਲਿਖਣੀ ਆ ਤਾਂ ਜੀ ਫਿਰ ਇਹ ਨੈਚੁਰਲ ਲਿਖੋ। ਇਦਾਂ ਦਾ ਨਾ ਹੋਵੇ ਕਿ ਜਿਹੜੀ ਤੁਸੀਂ ਵੈਸੇ ਪੜ੍ਹੀ ਆ ਤੇ ਮੈਂ ਜੇ ਮੇਰੇ ਕੋਲੇ ਉੱਥੇ 1000 ਟਾਸਕ 2 ਪਏ ਆ, ਕਿਉਂਕਿ 1000 ਟਾਸਕ 2 ਤਾਂ ਸੇਮ ਹੀ ਹੈ ਨਾ ਸਾਰੇ ਬੱਚਿਆਂ ਦਾ, ਤੇ 1000 ਟਾਸਕ 2 ਦੇ ਵਿੱਚੋਂ 900 ਬੱਚਿਆਂ ਦੇ ਉਹ ਲਾਈਨ ਲਿਖੀ ਆ ਤੇ ਉਹਨਾਂ 900 ਦੇ ਵਿੱਚ ਤੁਸੀਂ ਵੀ ਇੱਕ ਲਾਈਕ ਕਰਦੇ ਹੋ। ਆਹ ਵਾਲੀ ਲਾਈਨ ਨਹੀਂ ਫਿਰ ਉਹ ਹੋਣੀ ਚਾਹੀਦੀ ਜਨਰਲ ਲਾਈਨ। ਇਹ ਤੋਂ 100 ਗੁਣਾ ਬੈਟਰ ਆ ਕਿ ਤੁਸੀਂ ਇਹਨੂੰ ਲਿਖੋ ਹੀ ਨਾ ਜੀ, ਇਹਨੂੰ ਛੱਡ ਹੀ ਜਾਓ। ਦੂਸਰੇ ਨੰਬਰ ਤੇ ਪੈਰਾਫਰੇਜ਼ਿੰਗ, ਪੈਰਾਫਰੇਜ਼ਿੰਗ ਵੀਕ ਹੁੰਦੀ ਹੈ ਕਿ ਜੀ ਸਟਰੋਂਗ ਹੁੰਦੀ ਹੈ। ਪੈਰਾਫਰੇਜ਼, ਪੈਰਾਫਰੇਜ਼ ਦੋ ਤਰ੍ਹਾਂ ਦੀ ਹੁੰਦੀ ਹੈ ਜੀ। ਕਿਹੜੀ, ਇੱਕ ਤਾਂ ਹੁੰਦੀ ਹੈ ਜੀ ਵੀਕ ਪੈਰਾਫਰੇਜ਼ਿੰਗ, ਇੱਕ ਹੁੰਦੀ ਹੈ ਸਟਰੋਂਗ ਪੈਰਾਫਰੇਜ਼ਿੰਗ। ਆ ਲਾਈ ਕਰਦੀ ਹੁੰਦੀ ਹੈ 5.5 ਤੋਂ 6 ਬੈਂਡ ਤੱਕ, ਆ ਕਰਦੀ ਹੁੰਦੀ ਹੈ 6+ ਵਾਲੀ, 6+ ਜਿੰਨੇ ਮਰਜ਼ੀ ਹੋ ਸਕਦੇ। ਇਹਦੇ ਵਿੱਚ ਕੀ ਹੁੰਦਾ ਵਾ, ਇਹਦੇ ਵਿੱਚ ਬੱਚਾ ਸਿਨੋਨਿਮਸ ਨੂੰ ਭੱਜ ਕੇ ਪੈਂਦਾ ਵਾ। ਸਟੇਟਮੈਂਟ ਦੇ ਵਿੱਚ ਜਿਹੜੇ ਸਿਨੋਨਿਮ ਆਏ ਉਹ ਬੱਚਾ ਸਿਨੋਨਿਮਸ ਤੇ ਜਾਨੀ ਕਿ ਵੱਲੀ ਗਿਆ ਜੀ, ਤਾਂ ਇੱਥੇ ਸਿਨੋਨਿਮਸ ਦੇ ਵੱਲੀ ਗਿਆ ਬੱਚਾ। ਵੇਟ, ਹਾਂਜੀ ਸਿਨੋਨਿਮਸ। ਪਰ ਜਿਹੜੀ ਸਟਰਕਚਰ ਆ, ਜਿਹੜੀ ਉਹ ਟਾਸਕ 2 ਦੀ ਸਟਰਕਚਰ ਪਾਈ ਆ ਉਹਦੇ ਵੱਲੀ ਉਹ ਬੱਚੇ ਦਾ ਕੋਈ ਧਿਆਨ ਨਹੀਂ ਗਾ ਜੀ। ਸਟਰਕਚਰ ਜਿਹੜੀ ਉਹਦੇ ਵੱਲੀ ਕੋਈ ਧਿਆਨ ਨਹੀਂ ਗਾ, ਸਿਨੋਨਿਮ ਬੇਸ ਤੇ ਉਹ ਬੱਚਾ ਚੇਂਜ ਕਰੀ ਜਾਂਦਾ ਵਾ ਆਪਣੀ ਸਟੇਟਮੈਂਟ ਨੂੰ। ਤੇ ਜਿਹੜੀ ਸਟਰੋਂਗ ਪੈਰਾਫਰੇਜ਼ਿੰਗ ਹੁੰਦੀ ਹੈ ਜੀ, ਨੋ ਡਾਊਟ ਕਿ ਉਹਦੇ ਵਿੱਚ ਸਿਨੋਨਿਮ ਹੁੰਦੇ ਆ ਜਿਹੜੇ ਜਿਹੜੇ ਉਹਨੂੰ ਚੇਂਜ ਕਰਨੇ ਚਾਹੀਦੇ ਆ, ਨਾਲ ਉਹਦਾ ਬਹੁਤ ਜ਼ਿਆਦਾ ਫੋਕਸ ਹੁੰਦਾ ਵਾ ਕਿ ਹਾਊ ਟੂ ਚੇਂਜ ਦਾ ਸਟਰਕਚਰ, ਸਟਰਕਚਰ ਕਿਵੇਂ ਚੇਂਜ ਕੀਤੀ ਜਾਵੇ। ਇਹਦੇ ਵਿੱਚ ਇੱਕ ਚੀਜ਼ ਮਿਸ ਹੁੰਦੀ ਹੈ ਤੇ ਇਹਦੇ ਵਿੱਚ ਦੋਨੇ ਚੀਜ਼ਾਂ ਪ੍ਰੈਜ਼ੈਂਟ ਹੁੰਦੀਆਂ। ਸਟਰਕਚਰ ਨੂੰ ਮੈਂ ਕਿੱਦਾਂ ਕਹਿ ਰਿਹਾ ਜੀ,
ਕੁਝ ਬੱਚੇ ਪੈਰਾਫਰੇਜ਼ਿੰਗ ਆਹ ਵਾਲੇ ਤਰੀਕੇ ਨਾਲ ਕਰਦੇ ਆ ਕਿ ਜੇ ਉਹਨਾਂ ਨੇ ਤੁਹਾਨੂੰ ਕਿਹਾ some people believe that homework is really important, ਆ ਇੱਕ ਲਾਈਨ ਆ, ਮੰਨ ਕੇ ਚੱਲੋ ਇਹ ਤੁਹਾਡੀ ਸਟੇਟਮੈਂਟ ਆ, ਤਾਂ ਮੈਂ ਤੁਹਾਨੂੰ ਇੱਥੇ 5.5 ਜਾਂ 6 ਬੈਂਡ ਵਾਲੀ ਪੈਰਾਫਰੇਜ਼ਿੰਗ ਦਾ ਬੱਚੇ ਦਾ ਮਾਈਂਡ ਕਿਵੇਂ ਕੰਮ ਕਰਦਾ ਵਾ, ਉਹਦਾ ਮਾਈਂਡ ਕਰਦਾ ਐਂ ਕੰਮ, ਆ ਵਾਲਾ ਉਹਨੇ ਕੀ ਕਹਿਣਾ ਜੀ, ਸਮ ਨੂੰ ਪਹਿਲੀ ਗੱਲ ਤਾਂ ਕੋਈ ਇਹਦੀ ਸਮ ਨੂੰ ਹੀ ਕਹਿ ਦਿੰਦਾ ਜੀ, ਮੋਸਟ ਆਫ ਕਰ ਦਿੰਦਾ ਇੱਥੇ, ਉਹਨੂੰ ਪਤਾ ਲੱਗ ਗਿਆ ਜੀ ਗਾ ਪੀਪਲ ਪਿਆ ਵਾ, ਉਹਨੇ ਕੀ ਲਿਖਤਾ ਜੀ ਇੱਥੇ ਇੰਡੀਵਿਜੂਅਲਸ, ਉਹਨੂੰ ਪਤਾ ਲੱਗ ਗਿਆ ਜੀ ਬਲੀਵਸ ਲਿਖਿਆ ਜੀ, ਉਹਨੇ ਕਰਤਾ ਇੱਥੇ ਥਿੰਕ, ਦੈਟ ਨੂੰ ਉਹਨੂੰ ਕੋਈ ਸਿਨੋਨਿਮ ਲੱਭਿਆ ਨਹੀਂ ਦੈਟ ਦਾ, ਤਾਂ ਕਰਕੇ ਉਹਨੂੰ ਦੈਟ ਨੂੰ ਦੈਟ ਹੀ ਲਿਖਣਾ ਪਿਆ। ਤੇ ਹੋਮਵਰਕ ਨੂੰ ਉਹਨੇ ਟੱਕਰਾਂ ਮਾਰੀਆਂ, ਪਹਿਲਾਂ ਮਨ ਕੋਲ 2 ਮਿੰਟ ਰੁਕ ਗਿਆ, ਹਾਲਾਂਕਿ ਉਹਨੂੰ ਇੰਨਾ ਨਹੀਂ ਪਤਾ ਕਿ ਉਹ ਤੁਹਾਡੇ ਤੋਂ ਕੱਲੇ ਵਰਡ ਦੀ ਕਦੇ ਪੈਰਾਫਰੇਜ਼ਿੰਗ ਭਾਲਦੇ ਹੀ ਨਹੀਂਗੇ, ਇਹ ਮੋਟਿਵ ਨਹੀਂ ਉਹਨਾਂ ਦਾ ਹੈਗਾ ਕਿ ਤੁਸੀਂ ਕੱਲੇ ਵਰਡ ਨੂੰ ਪੈਰਾਫਰੇਜ਼ ਕਰੋ। ਇਜ਼ ਹੀ ਆ, ਉਹ ਬੱਚੇ ਨੇ ਉਹਨੂੰ ਲਿਖਤਾ ਕਿ ਇਜ਼। ਅੱਛਾ ਰੀਅਲੀ ਉਹਨੇ ਸੋਚਿਆ ਚਲੋ ਛੱਡ ਦਿੰਦੇ ਆ, ਇੰਪੋਰਟੈਂਟ ਨੂੰ ਉਹਨੇ ਲਿਖਤਾ ਜੀ ਕਰੂਸ਼ੀਅਲ, ਇੰਪੋਰਟੈਂਟ ਨੂੰ ਉਹਨੇ ਇੱਥੇ ਲਿਖਤਾ ਜੀ ਕਰੂਸ਼ੀਅਲ। ਤਾਂ ਇਹ ਜਿਹੜੀ ਪੈਰਾਫਰੇਜ਼ਿੰਗ ਹੋਈ ਹੈ ਜੀ, ਇਹ ਬੇਸਡ ਔਨ ਸਿਨੋਨਿਮ ਓਨਲੀ, ਬਸ ਇਹਦੇ ਵਿੱਚ ਸਟਰਕਚਰ ਨਹੀਂ ਚੇਂਜ ਕੀਤੀ ਗਈ। ਸਟਰਕਚਰ ਕੀ ਕਹਿ ਰਿਹਾ, ਧਿਆਨ ਨਾਲ ਦੇਖਿਓ ਜੀ ਇਹ ਚੀਜ਼। some people believe this is present indefinite, present indefinite ਤੇ ਆ ਪਿਆ ਬੱਚੇ ਦਾ present indefinite, same conjunction that ਤੇ that, same ਇੱਕ simple sentence, again ਇੱਕ simple sentence ਜਿਹਨੂੰ is ਲਾ ਕੇ ਜੋੜਿਆ ਹੋਇਆ ਜੀ, ਜਾਨੀ ਕਿ ਸਟਰਕਚਰਲੀ ਇਹ ਬੱਚਾ ਬਹੁਤ ਵੀਕ ਹੈ ਜੀ, ਤੇ ਸਿਨੋਨਿਮ ਇਹਨੇ ਚੇਂਜ ਕਰਤੇ। ਓਵਰਆਲ ਇਹ ਜਿਹੜੀ ਪੈਰਾਫਰੇਜ਼ਿੰਗ ਹੈਗੀ ਆ ਉਹ ਕਿੰਨੇ ਦੀ ਹੈ ਜੀ, 6 ਬੈਂਡ ਵਾਲੀ ਹੈ। ਹੁਣ ਇੱਕ ਬੱਚਾ ਸੈਕਿੰਡ ਨੰਬਰ ਤੇ ਹੈਗਾ ਜੀ ਜਿਹੜਾ ਸਟਰਕਚਰ ਵੀ ਚੇਂਜ ਕਰ ਰਿਹਾ ਜੀ। ਸਟਰਕਚਰ ਕਿਵੇਂ ਜੀ, ਮੰਨ ਕੇ ਚਲੋ ਉਹਨੇ ਕੀ ਲਿਖਿਆ ਜੀ, ਭਾਵੇਂ ਉਹ ਜੋ ਮਰਜ਼ੀ ਭਾਵੇਂ ਛੋਟੀ ਜਿਹੀ ਚੇਂਜ ਹੀ ਕਿਉਂ ਨਾ, ਬੱਚਾ ਲਿਖੀ ਜਾਂਦਾ ਹੋਮਵਰਕ ਇਜ਼ ਕੰਸੀਡਰਡ, ਵੌਇਸ ਲਾਈ ਜਾਂਦਾ ਜੀ ਇੱਥੇ, ਵੌਇਸ ਲਾਈ ਜਾਂਦਾ ਇੱਥੇ, ਵੌਇਸ ਫਾਰਮੇਸ਼ਨ is considered necessary, ਆ ਉਹੀ ਲਾਈਨ ਦੀ ਆ ਇੱਕ ਨਿੱਕੀ ਜੀ ਪੈਰਾਫਰੇਜ਼ਿੰਗ ਆ, ਮੀਨਿੰਗ ਨਹੀਂ ਚੇਂਜ ਹੋਇਆ, 100% ਜੋ ਉਹ ਚੀਜ਼ ਕਹਿੰਦੀ ਸੀ ਇਹ ਵੀ ਉਹੀ ਕਹਿੰਦੇ। ਤੁਸੀਂ ਕਹੋਗੇ ਸਰ ਸਮ ਪੀਪਲ ਕਿੱਥੇ ਗਿਆ, ਆ ਸਮ ਪੀਪਲ ਹੀ ਹੈ ਜੀ। ਹੋਮ ਕੰਸੀਡਰਡ, ਹੋਮਵਰਕ ਮੰਨਿਆ ਜਾਂਦਾ ਵਾ, ਮੰਨਦਾ ਕੌਣ ਆ, ਨੈਚੁਰਲ ਜੀ ਗੱਲ, ਹਿਊਮਨਸ। ਤਾਂ ਇਦਾਂ ਤੁਸੀਂ ਇੱਕ ਵਰਡ ਨੂੰ ਜੇ ਵੀਕਲੀ ਪੈਰਾਫਰੇਜ਼ ਕਰੋਗੇ ਤਾਂ ਉਹ ਤੁਹਾਡੀ 6 ਬੈਂਡ ਤੇ ਰਹੂਗੀ ਜੀ, ਉਹਨੂੰ ਸਟਰਕਚਰਲੀ ਵੀ ਚੇਂਜ ਕਰੋਗੇ ਤਾਂ ਉਹ ਚੀਜ਼ ਦਾ ਤੁਹਾਨੂੰ ਬੈਨੀਫਿਟ ਹੋਊਗਾ। ਸੋ ਹੁੱਕ ਨੂੰ ਛੱਡੋ ਜਾਂ ਫਿਰ ਨੈਚੁਰਲ ਬਣਾਓ, ਪੈਰਾਫਰੇਜ਼ ਸਿਨੋਨਿਮ ਬੇਸ ਵੀ ਕਰਨੀ ਆ ਤੇ ਸਟਰਕਚਰਲ ਵੀ ਕਰਨੀ ਆ। ਤੀਸਰੇ ਨੰਬਰ ਤੇ ਗੱਲ ਆਉਂਦੀ ਹੈ ਜੀ ਆਪਣੀ ਥੀਸਿਸ ਸਟੇਟਮੈਂਟ। ਥੀਸਿਸ ਸਟੇਟਮੈਂਟ ਵੀ ਜਿੰਨੀ ਜ਼ਿਆਦਾ ਹੋ ਸਕਦਾ ਉਹਨੂੰ ਬਦਲੋ, ਚਾਹੇ ਕਿ ਉਹਦਾ ਥੋੜਾ ਜਿਹਾ ਪਾਰਟ ਹੀ ਕਿਉਂ ਨਾ ਬਦਲਿਆ ਜਾਵੇ ਜੀ। ਮੰਨ ਕੇ ਲਓ ਇੱਕ ਪਾਸੇ ਤੁਸੀਂ ਕਹਿ ਰਹੇ ਹੋ ਕਿ ਦਿਸ ਐਸੇ ਵਿਲ, ਮੰਨ ਕੇ ਲਓ ਤੁਸੀਂ ਇੱਥੇ ਕਹਿ ਰਹੇ ਹੋ ਜੀ I agree with this statement and this essay will explain some reasons in upcoming paragraphs। ਆ ਵਾਲੀ ਚੀਜ਼ ਜ਼ਿਆਦਾਤਰ ਇਹ ਮੈਮੋਰਾਈਜ਼ ਆ, 90% ਇਹ ਮੈਮੋਰਾਈਜ਼ ਹੈ ਜੀ। ਇਸ ਤੋਂ ਬਿਹਤਰ ਹੈ ਕਿ ਤੁਸੀਂ ਇਹਨੂੰ ਥੋੜਾ ਘਮਾਓ, ਚਾਹੇ ਉਹ ਤੁਹਾਡੀ ਨੈਚੁਰਲ ਹੋਵੇ, ਤਾਂ ਤੁਸੀਂ ਉਹਨਾਂ ਨੂੰ ਕਹਿ ਰਹੇ ਹੋ ਜੀ several reasons that, ਪਹਿਲੀ ਗੱਲ ਤਾਂ ਰਿਲੇਟਿਵ ਪ੍ਰੋਨਾਉਨ ਲਾਤਾ, ਬਾਕੀਆਂ ਤੋਂ ਮਾੜਾ ਜਿਹਾ ਯੂਨੀਕ ਵੀ ਹੋ ਗਏ ਨਾ ਤੇ ਬਾਕੀਆਂ ਤੋਂ ਬੈਂਡ ਵੀ ਤੁਹਾਡਾ ਹਾਫ ਜਾਂ 1 ਪੱਕਾ ਵਧਿਆ ਨਾ। several reasons that why I agree will be explained briefly in, ਆ ਲਿਖਣਾ ਲੋ ਲਿਖ ਲਓ upcoming paragraphs, ਕਿਉਂਕਿ એનર્ਜੀ ਆ ਚੀਜ਼ ਤੇ ਲਾਤੀ ਨਾ,
ਹੁਣ ਇਹ ਸਾਰਾ ਮੈਮੋਰਾਈਜ਼ ਥੋੜੀ ਰਹਿਣ ਦੇ ਵਿੱਚ, ਤੁਸੀਂ ਰਿਲੇਟਿਵ ਪ੍ਰਨਾਉਨ ਲਾ ਰਹੇ ਹੋ ਇਹਦੇ ਵਿੱਚ, ਥੋੜਾ ਇਹਨੂੰ ਕੰਪਲੈਕਸ ਬਣਾਇਆ ਉੱਪਰ ਵਾਲੇ ਦੇ ਨਾਲੋਂ ਤਾਂ। Several reasons that why I agree will be briefly explained in upcoming paragraphs. ਹੋਰ ਤਰੀਕੇ ਨਾਲ ਕਰ ਦਿਓ ਜੀ ਇਹਨੂੰ, ਮਾੜੇ ਮੰਨ ਕੇ ਲਓ। ਨੈਚੁਰਲ ਬਣਾਉਣਾ 100 ਤਰੀਕੇ ਨਾਲ ਬਣਾ ਸਕਦੇ ਹੋ, ਮੈਮੋਰਾਈਜ਼ ਇੱਕ ਹੀ ਤਰੀਕਾ ਹੁੰਦਾ ਬਸ। ਹਾਂਜੀ, the reasons ਆ ਉਦੋਂ ਵੀ ਜ਼ਿਆਦਾ ਨੈਚੁਰਲ ਚੀਜ਼ ਹੈ ਜੀ। the reasons of my being agree with this statement, ਆ ਵਾਲੀ ਚੀਜ਼, the reasons of my being agree with these statements will be briefly explained in upcoming paragraphs। ਆ ਲਓ ਜੀ, ਤੀਸਰੀ ਤਰ੍ਹਾਂ ਦੀ ਬਣਾਉਣੀ ਉਹ ਵੀ ਆ, ਆਪਾਂ ਇੱਥੇ ਹੁਣੀ 10 ਸੈਂਟੈਂਸ ਬਣਾ ਲਾਂਗੇ ਜੋ ਕਿ ਆਪਾਂ ਖੁਦ ਆਪਣੀ ਕ੍ਰੀਏਟੀਵਿਟੀ ਨਾਲ ਬਣਾਈ ਜਾਂਦੇ। ਆਹ ਵਾਲੀ ਚੀਜ਼ ਕਹਿਣ ਨਾਲੋਂ ਕਿ this essay will explain why I agree, ਆਹ ਵਾਲੀ ਕਹਿਣ ਨਾਲੋਂ ਆ 100 times better sentences ਹੈਗੇ ਆ ਜੀ ਉਹਨਾਂ ਤੋਂ। ਤਾਂ ਇਹ ਤਿੰਨੇ ਚੀਜ਼ਾਂ ਨੂੰ ਸਲਾਈਟਲੀ ਚੇਂਜ ਕਰਨਾ ਜੀ। ਹੁੱਕ, ਜਿਹਨੂੰ ਤੁਸੀਂ ਜਨਰਲ ਲਾਈਨ ਕਹਿੰਦੇ ਹੋ, ਨੈਚੁਰਲ, ਜਾਂ ਫਿਰ ਬੈਸਟ ਕੀ ਆ, ਅਵੋਇਡ ਇਟ। ਦੂਸਰੇ ਨੰਬਰ ਤੇ ਜੀ ਤੁਹਾਡੀ ਸਟੇਟਮੈਂਟ ਆਈ, ਜਿਹਨੂੰ ਕਿ ਚੇਂਜ ਕਰੋ ਸਿਨੋਨਿਮ ਬੇਸ ਐਂਡ ਪਲੱਸ ਪਾ ਲਿਓ ਇੱਥੇ ਦੇ ਵਿੱਚ, ਨਾਲ ਹੀ ਇਹਦੇ ਸਟਰਕਚਰਲ ਚੇਂਜ। ਤੀਸਰੇ ਨੰਬਰ ਤੇ ਜੀ ਤੁਹਾਡੀ ਆਈ ਥੀਸਿਸ ਸਟੇਟਮੈਂਟ, ਥੀਸਿਸ ਸਟੇਟਮੈਂਟ, ਤੇ ਉਹ ਵੀ ਕੀ ਹੋਣੀ ਚਾਹੀਦੀ ਹੈ ਤੁਹਾਡੀ ਨੈਚੁਰਲ ਹੋ, ਜਿਹਦੇ ਵਿੱਚ ਤੁਹਾਡੀ ਕ੍ਰੀਏਟੀਵਿਟੀ ਸ਼ੋ ਹੋਵੇ। ਆਹ ਚੀਜ਼ ਨੂੰ ਭਾਵੇਂ ਰੱਟਾ ਲਾ ਲਓ, ਕਮ ਸੇ ਕਮ ਇਹ 9 ਸਟੂਡੈਂਟ ਨਹੀਂ ਲਿਖੂਗਾ, ਇਹ 100 ਬੱਚਾ ਹੀ ਹੋਊਗਾ ਏਦਾਂ ਦਾ। ਉਹ ਵਾਲੀ ਚੀਜ਼ 1000 ਦੇ ਵਿੱਚੋਂ 900 ਵਾਲੇ ਕੇਸ ਦੇ ਵਿੱਚ ਗਈ ਹੈ, ਇਹ 100 ਵਾਲੇ ਪਾਸੇ ਰਹਿ ਗਈ। ਕਿਉਂਕਿ ਜੇ ਤੁਸੀਂ ਕ੍ਰੀਏਟਿਵ ਹੋ ਤਾਂ ਇਹਦਾ ਮਤਲਬ ਬਾਕੀ ਵੀ ਤਾਂ ਕ੍ਰੀਏਟਿਵ ਹੈ ਨਾ, ਬੱਚੇ ਜੋ ਵੀ ਜਿੱਥੇ ਪੜ੍ਹ ਰਹੇ ਆ, ਜਿੱਥੇ ਵੀ ਤਿਆਰੀਆਂ ਕਰ ਰਹੇ ਆ, ਕ੍ਰੀਏਟਿਵ ਹਰ ਇੱਕ ਜਗ੍ਹਾ ਤੇ ਹੈ ਜੀ। ਤਾਂ ਇਹ ਚੀਜ਼ ਦਾ ਧਿਆਨ ਰੱਖਿਓ ਜੀ, ਠੀਕ ਹੈ ਜੀ। ਤਾਂ ਇਹ ਆਪਣੀ ਇੰਟਰੋ ਜਿਹੜੀ ਹੁੰਦੀ ਹੈ, ਇੱਕ ਸਟਰੋਂਗ ਇੰਟਰੋ ਇਦਾਂ ਦੀ ਹੋਣੀ ਚਾਹੀਦੀ। ਇੰਟਰੋ ਤੋਂ ਬਾਅਦ ਚੋਂ ਜਿਹੜੀ ਆਪਣੀ ਗੱਲ ਆਉਂਦੀ ਹੈ ਜੀ, ਉਹ ਆਪਣੀ ਆਉਂਦੀ ਕਨਕਲੂਜਨ ਤੇ। ਕਨਕਲੂਜਨ ਤੇ ਕੀ ਹੁੰਦਾ, ਇੱਕ ਬੱਚਾ ਕੀ ਕਰਦਾ, ਮੰਨ ਕੇ ਚਲੋ ਉਹਨੇ ਲਿਸਨਿੰਗ ਕੀਤੀ, ਪਹਿਲਾਂ ਤਾਂ ਦੇਖੋ ਲਿਸਨਿੰਗ ਕਰਕੇ ਹਟਿਆ ਜੀ, ਲਿਸਨਿੰਗ ਤੋਂ ਬਾਅਦ ਚ ਉਹਨਾਂ ਨੇ ਨਾਲ ਦੀ ਨਾਲ ਹੀ ਫੜਾਤੀ ਜੀ ਰੀਡਿੰਗ, ਰੀਡਿੰਗ ਤੋਂ ਬਾਅਦ ਚ ਹੁਣ ਉਹ ਮੰਨ ਕੇ ਲੋ ਫੜਾਈ ਜਾਂਦਾ ਜੀ ਰਾਈਟਿੰਗ, ਤੇ ਉੱਪਰੋਂ ਜੀ ਟਾਸਕ 2 ਹੈਗਾ ਵਾ ਜਮਾਂ ਐਂਡ ਵਾਲਾ ਟਾਸਕ, ਤੇ ਅੱਕਿਆ ਬੰਦਾ ਪਿਆ ਹੁੰਦਾ, ਉਦੋਂ ਬਹੁਤ ਜ਼ਿਆਦਾ ਫਰਸਟ੍ਰੇਟਡ ਹੁੰਦਾ ਵਾ। ਤੇ ਜਦੋਂ ਉਹ ਇਨ ਕਨਕਲੂਜਨ ਵਰਡ ਲਿਖਦਾ ਵਾ, ਉਦੋਂ ਉਹਦੀ ਜਿਹੜੀ ਫੀਲਿੰਗ ਆ ਹਾਲ ਚ ਬੈਠੇ ਦੀ ਹੁੰਦੀ ਹੋਈ ਹੁੰਦੀ, ਉਹਨੂੰ ਮੈਂ ਹੁਣ ਡਿਸਕ੍ਰਾਈਬ ਨਹੀਂ ਕਰ ਸਕਦਾ। ਉਹ ਵਾਲੀ ਚੀਜ਼ ਦੇ ਵਿੱਚ ਉਹਨੇ ਕੀ ਕਰਨਾ, ਉਹਨੂੰ ਪਤਾ ਲੱਗ ਗਿਆ ਕਿ ਜੀ ਜਿਹੜਾ ਹੁਣ ਜਦੋਂ ਹੀ ਉਹਨੇ ਆਹ ਵਰਡ ਪਾਇਆ ਨਾ, ਆਹ ਵਾਲਾ ਵਰਡ ਲਿਖਿਆ ਇਨ ਕਨਕਲੂਜਨ, ਤਾਂ ਉਦੋਂ ਹੀ ਉਹਦੇ ਮਾਈਂਡ 'ਚ ਇੱਕ ਪੋਜ਼ਿਟਿਵਿਟੀ ਆਈ ਹੈ। ਇੱਕ ਪੋਜ਼ਿਟਿਵਿਟੀ ਕਿਹੜੀ, ਵੀ ਸ਼ੁਕਰ ਆ ਮੇਰਾ ਪੇਪਰ ਹੋ ਚੱਲਿਆ ਤੇ ਹੁਣ ਮੈਂ ਬਾਹਰ ਜਾ ਕੇ 100 ਦਾ ਸਾਹ ਲਾਉਂਗਾ। ਇਹ ਚੱਕਰਾਂ ਦੇ ਵਿੱਚ ਜਿਹੜਾ ਹੁੰਦਾ ਕਨਕਲੂਜਨ ਹੁੰਦਾ ਵਾ ਜੀ, ਸਭ ਤੋਂ ਜ਼ਿਆਦਾ ਵੀਕ ਕਨਕਲੂਜਨ ਲਿਖ ਕੇ ਆਉਂਦਾ ਵਾ ਬੱਚਾ ਐਗਜ਼ਾਮ ਦੇ ਵਿੱਚ, ਸਭ ਤੋਂ ਜ਼ਿਆਦਾ ਵੀਕ ਕਨਕਲੂਜਨ। ਉਹਨੂੰ ਏਦਾਂ ਲੱਗਦਾ ਹੁੰਦਾ ਕਿ ਮੈਂ ਸਾਰੀ ਚੀਜ਼ ਲਿਖਤੀ ਆ, ਬਸ ਵੀ ਮੈਂ ਜੋ ਆਪਣੀ ਐਸੇ ਤੇ એનર્ਜੀ ਲਾਉਣੀ ਸੀਗੀ ਸਾਰਾ ਕੁਝ ਲਿਖਤਾ ਵਾ, ਤੇ ਹੁਣ ਬਸ ਜਿਹੜਾ ਕਨਕਲੂਜਨ ਆ ਉਹ ਤਾਂ ਮੈਂ ਬਸ ਇੱਕ ਸਿੰਗਲ ਲਾਈਨ ਲਿਖ ਦਿੰਦਾ। ਤੇ ਸਿੰਗਲ ਲਾਈਨ ਸਭ ਤੋਂ, ਜੇ ਮੈਂ ਕਹਾਂ ਸਭ ਤੋਂ ਵੀਕ ਲਾਈਨ ਜਿਹੜੀ ਦੁਨੀਆ ਦੀ ਹੈਗੀ ਆ, ਉਹ ਹੁੰਦੀ ਵੀ ਇਹੀ ਹੈ, ਇਨ ਕਨਕਲੂਜਨ although there are a lot of benefits, ਕੋਮਾ ਪਾ ਕੇ, ਕੋਮਾ ਕਾਲੀ ਕਾਲੀ ਚ ਪਾਉਣਾ ਹੀ ਘੁੰਮ ਜਾਨੀ ਕਿ ਭੁੱਲ ਜਾਂਦਾ ਕਈ ਵਾਰੀ, a lot of benefits, some drawbacks can also be seen। ਬਸ ਜੀ ਆਹ ਹੁੰਦਾ ਕਨਕਲੂਜਨ ਹੈ ਜੀ। ਉਹਨੂੰ ਏਦਾਂ ਲੱਗਦਾ ਕਿ ਮੈਂ ਕਨਕਲੂਜਨ ਲਿਖਤਾ। ਤੁਹਾਡਾ ਕਨਕਲੂਜਨ ਦਾ ਮਤਲਬ ਕੀ ਹੁੰਦਾ ਜੀ, ਜੇ ਮੈਂ ਇੱਕ ਰਾਈਟਰ ਦੇ ਪੁਆਇੰਟ ਆਫ ਵਿਊ ਤੋਂ ਕਹਾਂ, ਕਨਕਲੂਜਨ ਦੇਖੋ, ਕਨਕਲੂਜਨ ਇੱਕ ਰਾਈਟਿੰਗ ਦੀ ਏਦਾਂ ਦਾ ਪਾਰਟ ਹੁੰਦਾ ਵਾ ਜੀ, ਜਿਹੜਾ ਤੁਹਾਡੇ ਮੰਨ ਕੇ ਚੱਲੋ ਕਿ ਜੇ ਮੈਂ ਇੱਕ ਬਹੁਤ ਵੱਡਾ ਚੈਪਟਰ ਲਿਖਿਆ ਜੀ, ਮੈਂ ਮੰਨ ਕੇ ਚੱਲੋ ਇੱਥੇ ਜਾਨੀ ਕਿ ਮੈਂ ਇੱਥੇ 4 ਪੇਜਸ ਦੀ ਕੋਈ ਟੌਪਿਕ ਦੇ ਬਾਰੇ ਗੱਲ ਕਰੀ ਜਾਂਦਾ, ਮੈਂ ਉੱਤੇ 4 ਪੇਜ ਲਿਖੇ ਜੀ, ਤੇ ਉਹ 4 ਪੇਜਾਂ ਨੂੰ ਜੇ ਮੈਂ ਕਿ ਨਿਚੋੜ ਕੱਢ ਕੇ ਕਹਿਣਾ ਹੋਵੇ ਸਿਰਫ 3 ਤੋਂ 4 ਲਾਈਨਾਂ ਦੇ ਵਿੱਚ, ਜਿਹਦੇ ਤੋਂ ਇਹ ਮੈਨੂੰ ਸਾਰਾ ਪਤਾ ਲੱਗਣਾ ਚਾਹੀਦਾ ਇੱਕ ਰੀਡਰ ਨੂੰ ਕਿ ਮੈਂ 4 ਪੇਜਾਂ ਦੇ ਵਿੱਚ ਗੱਲ ਕੀ ਕੀਤੀ ਆ,
ਉਹ ਸਿਰਫ 3 ਤੋਂ 4 ਲਾਈਨਾਂ ਦੇ ਵਿੱਚ ਨਿਚੋੜ ਕੱਢਣ ਨੂੰ ਕਨਕਲੂਜਨ ਕਹਿ ਦਿੰਦੇ ਆ ਜੀ। ਕਨਕਲੂਜਨ ਦੀਆਂ ਕੁਝ ਪ੍ਰੋਪਰਟੀਜ਼ ਹੁੰਦੀਆਂ ਜੀ, ਜੇ ਆਪਾਂ ਰਾਈਟਿੰਗ ਨੂੰ ਸਟੱਡੀ ਕਰੀਏ ਨਾ ਥੋੜਾ ਡੈਪਥ ਵਿੱਚ ਜਾ ਕੇ, ਕਨਕਲੂਜਨ ਹਮੇਸ਼ਾ ਕੀ ਦੱਸਦਾ ਹੁੰਦਾ ਜੀ? ਕਨਕਲੂਜਨ ਦੱਸਦਾ ਹੁੰਦਾ ਵਾ ਕਿ ਤੁਹਾਡੀ ਸਟੇਟਮੈਂਟ ਸੀ ਕੀ। ਤੁਹਾਡਾ ਕਨਕਲੂਜਨ ਪੜਨ ਤੋਂ ਇਹ ਪਤਾ ਲੱਗਣਾ ਚਾਹੀਦਾ ਕਿ what was the question। ਹੁਣ ਜਿਹੜਾ ਉੱਪਰ ਬੱਚੇ ਨੇ ਲਿਖਿਆ ਜੀ, there are lot of benefits ਤੇ ਬਾਅਦ ਚ some drawbacks which can be seen, ਇਹ ਤੋਂ ਮੈਨੂੰ ਪਤਾ ਹੀ ਨਹੀਂ ਲੱਗਿਆ ਕਿ ਸਟੇਟਮੈਂਟ ਕੀ ਪਾਈ ਜਾਂਦੇ ਜੀ। ਮੈਨੂੰ ਤਾਂ ਇਹ ਤੋਂ 0% ਵੀ ਨਹੀਂ ਪਤਾ ਲੱਗਿਆ। ਇੱਕ ਚੀਜ਼ ਪਤਾ ਲੱਗੀ, ਉਹਨੂੰ 5% ਚ ਕਾਊਂਟ ਕਰ ਲੈਣਾ। ਮੈਨੂੰ ਪਤਾ ਲੱਗਿਆ ਜੀ ਕਿ ਇਹ ਬੱਚਾ ਉੱਪਰ ਕੁਝ ਐਡਵਾਂਟੇਜ ਡਿਸਐਡਵਾਂਟੇਜ ਕੋਈ ਹੋਊਗਾ ਕੋਈ ਚੀਜ਼। ਤੁਹਾਡਾ ਕਨਕਲੂਜਨ ਇਦਾਂ ਦੀ ਚੀਜ਼ ਹੈ ਜੀ ਕਿ ਜੇ ਮੈਂ ਤੁਹਾਡੀ ਇੰਟਰੋ, BP1 ਤੇ BP2 ਇਹ ਤਿੰਨੇ ਚੀਜ਼ਾਂ ਨਾ ਪੜਾਂ, ਸਿਰਫ ਤੁਹਾਡਾ ਕਨਕਲੂਜਨ ਪੜ੍ਹ ਕੇ ਮੈਨੂੰ ਪਤਾ ਲੱਗ ਜਾਣਾ ਚਾਹੀਦਾ ਕਿ ਸਟੇਟਮੈਂਟ ਕੀ ਸੀਗੀ। ਨੰਬਰ 2 ਤੇ ਤੁਸੀਂ BP1 ਦੇ ਵਿੱਚ ਕੀ ਲੈ ਕੇ ਆਏ ਹੋ, ਕਨਕਲੂਜਨ ਪੜ੍ਹ ਕੇ ਪਤਾ ਲੱਗਣਾ ਚਾਹੀਦਾ। ਨੰਬਰ 3 ਤੇ ਤੁਸੀਂ BP2 ਦੇ ਵਿੱਚ ਕੀ ਲੈ ਕੇ ਆਏ ਹੋ, ਇਹ ਚੀਜ਼ ਤੁਹਾਡੇ ਕਨਕਲੂਜਨ ਤੋਂ ਮੈਨੂੰ ਪਤਾ ਲੱਗਣੀ ਚਾਹੀਦੀ ਹੈ ਜੀ। ਤੇ ਨੰਬਰ 4 ਤੇ ਜੇ ਉਹਨਾਂ ਨੇ ਤੁਹਾਡੇ ਤੋਂ ਪੁੱਛਿਆ ਵਾ ਤਾਂ ਮੈਨੂੰ ਤੁਹਾਡਾ ਕਨਕਲੂਜਨ ਪੜ੍ਹ ਕੇ ਤੁਹਾਡਾ ਓਪੀਨੀਅਨ ਵੀ ਪਤਾ ਲੱਗਣਾ ਚਾਹੀਦਾ ਜੀ। ਕਨਕਲੂਜਨ ਇੱਕ ਨਿੱਕੀ ਮੋਟੀ ਚੀਜ਼ ਨਹੀਂ, ਉਹ 4 ਪ੍ਰੋਪਰਟੀਆਂ ਤੋਂ ਮਿਲ ਕੇ ਬਣਦਾ ਵਾ। ਨੰਬਰ 1 ਤੁਹਾਡੀ ਸਟੇਟਮੈਂਟ ਕੀ ਸੀ, ਨੰਬਰ 2 ਤੇ BP1 ਦੇ ਵਿੱਚ ਕੀ ਲੈ ਕੇ ਆਏ ਹੋ, ਨੰਬਰ 2 ਤੇ BP2 ਚ ਕੀ ਲੈ ਕੇ ਆਏ ਹੋ, ਤੇ ਨੰਬਰ 3 ਤੇ ਤੁਹਾਡਾ ਓਪੀਨੀਅਨ ਕੀ ਹੈ ਜੀ। ਇੱਕ ਨਿੱਕੀ ਜੀ ਐਗਜ਼ਾਮਪਲ ਮੈਂ ਤੁਹਾਨੂੰ ਦੱਸਦਾ ਵਾਂ। ਮੰਨ ਕੇ ਚੱਲੋ ਉਹਨਾਂ ਨੇ ਤੁਹਾਨੂੰ ਇਹ ਚੀਜ਼ ਕਹੀ ਹੈ ਕਿ ਜੀ ਅੱਜ ਕੱਲ ਜਿਹੜੀ ਆਨਲਾਈਨ ਸ਼ਾਪਿੰਗ ਆ ਉਹਦਾ ਟ੍ਰੈਂਡ ਕਾਫੀ ਜ਼ਿਆਦਾ ਚੱਲਿਆ ਜੀ। ਉਹਨਾਂ ਨੇ ਤੁਹਾਨੂੰ ਕਿਹਾ ਜੀ ਕਿ ਇਹਦੀਆਂ ਐਡਵਾਂਟੇਜਸ ਵੀ ਦੱਸੋ ਐਂਡ ਇਹਦੀਆਂ ਜੀ ਡਿਸਐਡਵਾਂਟੇਜਸ ਵੀ ਦੱਸੋ, ਐਂਡ ਤੁਹਾਡੇ ਤੋਂ ਪੁੱਛ ਲੈ ਕਿ ਆਪਣਾ ਓਪੀਨੀਅਨ ਵੀ ਦਿਓ ਜੀ, ਤੁਹਾਡੇ ਅਨੁਸਾਰ ਕੀ ਹੈ ਜੀ, ਬੈਸਟ ਹੈ ਕਿ ਨਹੀਂ। ਤਾਂ ਤੁਹਾਡੀ ਸਟੇਟਮੈਂਟ ਕੀ ਸੀ ਜੀ? ਆਨਲਾਈਨ ਜਿਹੜੀ ਹੈਗੀ ਆ ਉਹ ਸ਼ਾਪਿੰਗ ਅੱਜ ਕੱਲ ਕਾਫੀ ਜ਼ਿਆਦਾ ਟ੍ਰੈਂਡ ਦੇ ਵਿੱਚ ਆ, ਇਹ ਤੁਹਾਡੀ ਸਟੇਟਮੈਂਟ ਆ। ਤੇ ਜਿਹੜਾ ਤੁਸੀਂ ਇੱਥੇ ਆ ਕਨਕਲੂਜਨ ਲਿਖੀ ਜਾਂਦੇ ਹੋ ਨਾ, ਮੰਨ ਕੇ ਲਓ ਆ ਤੁਹਾਡਾ ਫਾਈਨਲ ਦੇ ਵਿੱਚ ਮੰਨ ਕੇ ਚੱਲੋ ਜੀ ਕਨਕਲੂਜਨ ਆ ਵਾਲਾ। ਤਾਂ ਇਹਦੇ ਵਿੱਚੋਂ ਪਹਿਲੇ ਨੰਬਰ ਤੇ ਜਿਹੜੀ ਤੁਹਾਡੀ ਫਸਟ ਲਾਈਨ ਕਨਕਲੂਜਨ ਦੀ ਹੋਣੀ ਚਾਹੀਦੀ ਆ, ਉਹ ਇਹੀ ਦੱਸਦੀ ਹੋਵੇ ਕਿ ਜੀ ਅੱਜ ਕੱਲ੍ਹ ਦੇਖਿਆ ਜਾ ਸਕਦਾ ਕਿ ਕਾਫੀ ਜ਼ਿਆਦਾ ਲੋਕ ਆ ਜਿਹੜੇ ਉਹ ਆਨਲਾਈਨ ਸ਼ਾਪਿੰਗ ਦੇ ਵੱਲ ਆਪਣਾ ਧਿਆਨ ਕਰਦੇ ਜਾ ਰਹੇ ਆ। ਇਹ ਲਾਈਨ ਇਦਾਂ ਦੀ ਹੋਵੇ, ਟੋਟਲੀ ਪੈਰਾਫਰੇਜ਼ ਹੋਵੇ ਜੀ। ਇੰਟਰੋ ਵਿੱਚ ਵੀ ਤੁਸੀਂ ਲਾਈਨ ਪੈਰਾਫਰੇਜ਼ ਕੀਤੀ ਆ, ਬਟ ਇੱਥੇ ਤੁਹਾਨੂੰ ਹੋਰ ਤਰੀਕੇ ਨਾਲ ਕਰਨੀ ਪੈਣੀ। ਬਟ ਤੁਹਾਨੂੰ ਦੱਸਣਾ ਪੈਣਾ ਵਾ ਸਟੇਟਮੈਂਟ ਕੀ ਸੀ। ਜਿਵੇਂ ਕੋਈ ਵੀ ਕੰਜੰਕਸ਼ਨ ਲਓ, ਆਲਦੋ, ਬਿਫੋਰ, ਡਿਸਪਾਈਟ, ਕੋਈ ਵੀ ਚੀਜ਼ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ। ਖੜੇ ਪੈਰ ਡਿਸਾਈਡ ਕਰਦਾ ਤੁਹਾਡੀ ਕ੍ਰੀਏਟੀਵਿਟੀ ਕੀ ਹੈ, ਤੁਹਾਨੂੰ ਕੀ ਲਾਉਣਾ ਚਾਹੀਦਾ। ਬਟ ਤੁਹਾਡੀ ਇਹ ਲਾਈਨ ਤੋਂ ਪਤਾ ਲੱਗਣਾ ਚਾਹੀਦਾ ਕਿ ਜੀ ਸਟੇਟਮੈਂਟ ਕੀ ਸੀ। ਹੁਣ ਮੰਨ ਕੇ ਚਲੋ ਤੁਸੀਂ BP1 ਦੇ ਵਿੱਚ ਐਡਵਾਂਟੇਜਸ ਲਿਖੀਆਂ, ਮੰਨ ਕੇ ਚੱਲੋ BP1 ਨਾ ਮੰਨ ਕੇ ਚੱਲੋ ਤੁਸੀਂ ਇਹਦੇ ਵਿੱਚ ਐਡਵਾਂਟੇਜ ਲੈ ਕੇ ਆਏ ਹੋ ਕਿ ਜੀ ਇਹ ਟਾਈਮ ਸੇਵ ਕਰਦੀ, એનર્ਜੀ ਸੇਵ ਕਰਦੀ ਹੈ ਜੀ, ਤੇ ਇਹਦੇ ਵਿੱਚ ਕਾਫੀ ਆ ਜਾਣੀ ਕਿ ਵੈਰਾਈਟੀ ਦੇਖਣ ਨੂੰ ਮਿਲ ਜਾਂਦੀ ਹੈ ਆਪਾਂ ਨੂੰ। ਆ ਜਿਹੜੇ ਕੀਵਰਡ ਆ ਤੁਸੀਂ ਇਹ ਵੀ ਇੱਥੇ ਜਿਹੜੀ ਆ ਤੁਹਾਡੀ ਅਗਲੀ ਲਾਈਨ ਆ ਨਾ ਜੀ, ਜਿਹੜੀ ਤੁਹਾਡੀ ਆਹ ਵਾਲੀ ਲਾਈਨ ਆ, ਇਹ ਤੁਹਾਡੇ BP1 ਦਾ ਮਿਰਰ ਹੋਣੀ ਚਾਹੀਦੀ ਆ। ਇਹਦੇ ਵਿੱਚ ਕੀਵਰਡ ਕੱਢ ਕੇ ਲਿਖੋਗੇ ਤੁਸੀਂ, ਉਹ ਲਿਖਦੇ ਕਿਵੇਂ ਹੋ ਇਹ ਤੁਹਾਨੂੰ ਵੀ ਆਲਦੋ ਲਾਉਂਦੇ ਹੋ, ਬਟ ਲਾਉਂਦੇ ਹੋ, ਕੀ ਲਾਉਂਦੇ ਹੋ, ਇਹ ਤੁਹਾਡਾ। ਤਾਂ ਤੁਸੀਂ ਇਹਦੇ ਵਿੱਚ ਇੱਥੇ ਕੀਵਰਡ ਲਿਖਣੇ ਆ ਜੀ ਕਿ ਜਿਵੇਂ ਕਿ ਇਹਦੀਆਂ ਐਡਵਾਂਟੇਜ ਤੁਸੀਂ ਕਹੋ ਵੀ ਟਾਈਮ ਸੇਵ ਹੋ ਗਿਆ ਬੱਚੇ ਦਾ, ਤੇ ਕਾਫੀ ਵੈਰਾਈਟੀ ਉਹਨੂੰ। ਜੇ ਤੁਸੀਂ ਉਹਦੇ ਵਿੱਚ ਜਦ ਕਿ ਸੈਵਰਲ ਆਈਟਮਸ ਲਿਖਿਆ, ਇੱਥੇ ਨੂੰ ਬਦਲ ਦਿਓ ਜੀ ਵਾਈਡ ਰੇਂਜ ਆਫ ਥਿੰਗਸ, ਉਹਨੂੰ ਬਦਲ ਦਿਓ ਚੀਜ਼ ਨੂੰ ਜੀ ਉਹਨੂੰ। ਤਾਂ ਆ ਤੁਹਾਡੀਆਂ BP1 ਹੋ ਗਿਆ ਜੀ। ਹਾਂ ਤੁਸੀਂ ਇਹਨੂੰ ਕੋਮਾ ਵਗੈਰਾ ਪਾ ਕੇ ਜਿਵੇਂ ਵੀ ਜੋੜਿਆ, ਤੁਸੀਂ ਜੋ ਵੀ ਤੁਸੀਂ ਉੱਥੇ ਕੰਜੰਕਸ਼ਨ ਲਾਈ ਡਿਪੈਂਡ ਕਰਦਾ ਵਾ। ਤਾਂ ਤੁਸੀਂ ਇਹ ਜਿਹੜਾ ਹੁਣ ਲਾਸਟ ਲਾਈਨ ਲਿਖੀ ਜਾਂਦੇ ਹੋ ਜੀ, ਇਹਦੇ ਵਿੱਚ ਕੀ ਆ, ਇਹਦੇ ਵਿੱਚ ਤੁਸੀਂ ਲਿਖੀ ਜਾਂਦੇ ਹੋ ਕਿ BP2 ਤੁਹਾਡਾ ਕੀ ਸੀਗਾ, ਉਹਦੇ ਮੇਨ ਕੀਵਰਡ ਕੀ ਹੈ ਜੀ। ਡਿਸਐਡਵਾਂਟੇਜ ਵਾਲੇ ਪਾਸੇ ਤੁਸੀਂ ਕਿਹਾ ਜੀ ਕਈ ਵਾਰੀ ਹੋ ਜਾਂਦਾ ਬਈ, ਯਾਨੀ ਕਿ ਡਿਲੀਵਰੀ ਜਿਹੜੀ ਹੈਗੀ ਹੈ ਜੀ ਉਹ ਐਕਸਪੈਕਟਡ ਟਾਈਮ ਤੇ ਨਹੀਂ ਹੁੰਦੀ ਜੀ, ਯਾਨੀ ਕਿ ਜੋ ਟਾਈਮ ਗਿਵਨ ਆ ਉਹਦੇ ਤੇ ਨਹੀਂ ਹੁੰਦੀ ਗੀ ਜੀ ਆਨਲਾਈਨ ਸ਼ਾਪਿੰਗ ਦੇ ਵਿੱਚ। ਤਾਂ ਉਹਦਾ ਇੱਕ ਕੀਵਰਡ ਕੱਢ ਕੇ ਲਿਖੋ ਜੀ। ਦੂਸਰੇ ਨੰਬਰ ਤੇ ਮੰਨ ਕੇ ਲਓ ਤੁਸੀਂ ਉਹਨਾਂ ਨੂੰ ਕਹਿ ਰਹੇ ਹੋ ਕਿ ਜੀ ਦੂਸਰੀ ਸ਼ਾਪ ਇਹ ਆ ਕਿ ਜੀ ਕਈ ਵਾਰੀ ਹੁਣ ਯਾਨੀ ਕਿ ਪਿਕਚਰ ਤੇ ਕੁਝ ਹੋਰ ਦਿਖਾਇਆ ਜਾਂਦਾ ਵਾ, ਤੇ ਜੋ ਚੀਜ਼ ਆਪਾਂ ਨੂੰ ਡਿਲੀਵਰ ਕਰਦੇ ਆ ਜੀ ਉਹ ਚੇਂਜ ਕਰਕੇ ਕਈ ਵਾਰੀ ਸੈਂਡ ਕਰਦੇ, ਇਹਦਾ ਵੀ ਇੱਕ ਕੀਵਰਡ ਉੱਥੇ ਲਿਖੋ ਜੀ।
ਤੇ ਜੇ ਓਪੀਨੀਅਨ ਤੁਹਾਡੇ ਤੋਂ ਪੁੱਛਿਆ ਜੀ, ਉਹ ਵੀ ਭਾਵੇਂ ਆਪਣਾ ਲਾਸਟ ਲਾਈਨ ਦੇ ਵਿੱਚ ਓਪੀਨੀਅਨ ਹੁਣ ਕਹੋ ਕਿ ਜੀ ਮੈਨੂੰ ਇਦਾਂ ਲੱਗਦਾ ਵਾ, ਆਹ ਤੁਹਾਡਾ ਓਪੀਨੀਅਨ ਹੋਵੇ, ਤਾਂ ਤੁਹਾਡਾ ਆਹ ਵਾਲਾ ਕਨਕਲੂਜਨ ਹੋਣਾ ਚਾਹੀਦਾ ਜੀ। ਲਾਈਨਾਂ ਦੇ ਵਿੱਚ 3 ਕੀ ਬਣਨੀਆਂ ਵਾ। ਮੈਂ ਜਾਣੀ ਕਿ ਵੱਖਰੀਆਂ ਲਾਈਨਾਂ ਨਹੀਂ ਕਹਿ ਰਿਹਾ, ਇਹ ਤੁਹਾਡੀ ਕ੍ਰੀਏਟੀਵਿਟੀ ਹੈ, ਤੁਸੀਂ ਕੰਜੰਕਸ਼ਨ ਕਿਹੜੀ ਲਾਉਣੀ ਆ। ਹੋ ਸਕਦਾ ਤੁਸੀਂ ਆਲਦੋ ਯੂਜ਼ ਕਰਕੇ, ਆਲਦੋ ਦੇ ਨਾਲ ਵਾਲੀ ਜਿਹੜੀ ਆਹ ਲਾਈਨ ਆ, ਇਹ ਪਹਿਲੀ ਦੇ ਵਿੱਚ ਹੀ ਐਡਵਾਂਟੇਜ ਡਿਸਐਡਵਾਂਟੇਜ ਦੇ ਕੀਵਰਡ ਕਵਰ ਕਰ ਜੋ, ਕੋਮਾ ਪਾ ਕੇ ਦੂਸਰੀ ਦੇ ਵਿੱਚ ਹੀ ਤੁਸੀਂ ਆਪਣਾ BP2 ਆ ਜਿਹੜਾ, ਉਹਦੇ ਤੁਸੀਂ ਕਵਰ ਕਰ ਜੋ। ਤੇ ਲੈਂਗੁਏਜ ਤੁਹਾਡੀ ਇਹ ਹਿਸਾਬ ਦੀ ਆ ਕਿ ਤੁਹਾਡੀ ਸਟੇਟਮੈਂਟ ਵੀ ਇਹ ਪੜ੍ਹਨ ਤੇ ਕਲੀਅਰ ਹੋ ਗਿਆ ਕਿ ਕੀ ਆ। ਹੋ ਸਕਦਾ ਸਿੰਗਲ ਲਾਈਨ 'ਚ ਹੀ ਸਾਰਾ ਕੁਝ ਕਲੀਅਰ ਹੋ ਜੇ, ਇਹਦਾ ਵੀ ਕੋਈ ਪਤਾ ਨਹੀਂ। ਤੇ ਜੋ ਤੁਹਾਡਾ ਓਪੀਨੀਅਨ ਸੀਗਾ, ਹੋ ਸਕਦਾ ਤੁਸੀਂ ਓਪੀਨੀਅਨ ਵੀ ਵਿੱਚ ਹੀ ਪਾਤਾ, ਇਹਦੇ ਵਿੱਚ ਹੀ ਲਿਖਤਾ ਆਈ ਬਲੀਵ ਦੈਟ ਆਲ। ਇੱਕ ਸਿੰਗਲ ਲਾਈਨ 'ਚ ਵੀ ਪੋਸੀਬਲ ਆ ਜੀ, ਸਿੰਗਲ ਸੈਂਟੈਂਸ ਤੋਂ ਹੀ ਪਤਾ ਲੱਗ ਸਕਦਾ ਸਟੇਟਮੈਂਟ ਕੀ ਆ, BP1 ਕੀ ਸੀਗਾ ਤੇ BP2 ਕੀ ਸੀਗਾ। ਕ੍ਰੀਏਟੀਵਿਟੀ ਬਸ। ਪਰ ਮੈਂ ਤੁਹਾਨੂੰ ਪ੍ਰੋਪਰਟੀ ਦੱਸੀ ਹੈ ਕਿ ਕਨਕਲੂਜਨ ਹੁੰਦਾ ਕੀ ਆ ਐਕਚੁਅਲ ਦੇ ਵਿੱਚ। ਮੈਂ ਤੁਹਾਨੂੰ ਮਿਊਟ ਤੋਂ ਖੋਲ ਦੇਵਾਂ, ਮੈਨੂੰ ਇੱਕ ਵਾਰੀ ਦੱਸ ਦਿਓ ਕਿ ਸਰ ਤੁਹਾਨੂੰ ਇਹ ਚੀਜ਼ ਪਤਾ ਲੱਗ ਗਈ ਕਿ ਜਿਹੜੀ ਪੈਰਾਫਰੇਜ਼ਿੰਗ ਆ ਉਹ ਕਿੱਦਾਂ ਹੁੰਦੀ ਆ ਵਧੀਆ ਲੈਵਲ ਦੀ, ਇੰਟਰੋ ਵਿੱਚ ਕੀ ਕੀ ਚੀਜ਼ਾਂ ਦਾ ਧਿਆਨ ਰੱਖਿਆ ਜਾਂਦਾ ਤੇ ਕਨਕਲੂਜਨ ਜੋ ਹੁੰਦਾ ਵਾ ਉਹਨਾਂ ਵਿੱਚ ਕਿਹੜੀਆਂ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਿਆ ਜਾਂਦਾ।